ਵਾਰਡ 'ਚ ਕਿੰਨਾ ਕੁ ਵਿਕਾਸ ਹੋਇਆ ਤੁਹਾਡੇ 'ਚ? ਵਾਰਡ 'ਚ ਵਿਕਾਸ ਦੇ ਨਾਮ ਤੇ ਸਿਰਫ ਖੋਖਲੇ ਵਾਅਦੇ ਹੀ ਹੋਏ ਨੇ ਜੀ। ਪਹਿਲਾਂ ਕਾਂਗਰਸ ਨੇ ਜੀ, ਉਹ ਨਜ਼ਰ ਹੀ ਨਹੀਂ ਆਏ ਜਿਹੜੇ 5 ਸਾਲ ਰਹੇ ਹੈ ਤੇ ਕੌਂਸਲਰ ਸਾਹਿਬ ਕਦੀ ਸ਼ਕਲ ਤੱਕ ਨਜ਼ਰ ਨਹੀਂ ਆਈ। ਵਾਰਡ ਦੇ ਬੁਰੇ ਹਾਲ ਸੀਗੇ। ਜਿਹੜੇ ਮੌਜੂਦਾ ਕੌਂਸਲਰ ਸੀਗੇ ਉਹ ਕਦੀ ਵਾਰਡ ਦੇ ਅੰਦਰ ਨਾ ਤਾਂ ਨਜ਼ਰ ਆਏ ਨੇ, ਨਾ ਹੀ ਕੋਈ ਡਿਵੈਲਪਮੈਂਟ ਦੇ ਕੋਈ ਕੰਮ ਹੋਏ ਨੇ। ਵਾਰਡ ਦੀ ਸਭ ਤੋਂ ਵੱਡੀ ਸਮੱਸਿਆ ਸਾਡੇ ਵਾਰਡ ਦੀ ਸਿਟੀ ਸੈਂਟਰ ਹੈ, ਜਿਹੜਾ ਪਿਛਲੇ 2 ਦਸ਼ਕਾਂ ਤੋਂ ਪੂਰੇ ਏਰੀਏ ਦੀ ਸਮੱਸਿਆ ਦਾ ਜੜ ਬਣਿਆ ਹੋਇਆ। ਕ੍ਰਾਈਮ ਇੱਥੇ ਪੂਰੇ ਜ਼ੋਰਾਂ 'ਤੇ ਹੈ। ਸ਼ਾਇਦ ਤੁਸੀਂ ਮੀਡੀਆ ਭਰਾਵਾਂ ਨੂੰ ਪਤਾ ਹੀ ਹੋਏਗਾ, ਇੱਥੇ ਕਈ ਵਾਰ ਲਾਸ਼ਾਂ ਵੀ ਲੱਭੀਆਂ ਨੇ। ਨਸ਼ਾ ਔਰ ਜਿਹੜੀ ਹੈ ਲੁੱਟ ਖੋਹ ਕਰਕੇ ਅੰਦਰ ਭੱਜ ਜਾਣਾ, ਇਹ ਇੱਥੇ ਦੇ ਗੈਂਗਸਟਰਸ ਜਿਹੜੇ ਹੈਗੇ ਨੇ ਇੱਥੇ ਬਹੁਤ ਐਕਟਿਵ ਰਹਿੰਦੇ ਨੇ। ਔਰ ਇਸ ਤੋਂ ਇਲਾਵਾ ਡੰਪ ਇੱਕ ਬਹੁਤ ਜ਼ਬਰਦਸਤ ਡੰਪ ਬਣ ਚੁੱਕਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਸ ਸਮੱਸਿਆ ਨੂੰ ਲੈ ਕੇ ਜਿਹੜੇ ਵੀ ਲੋਕ ਰਹੇ ਨੇ ਜਾਂ ਜੋ ਕਾਉਂਸਲਰ ਰਹੇ ਨੇ ਉਹਨਾਂ ਤੱਕ ਉੱਪਰ ਤੱਕ ਗੱਲ ਨਹੀਂ ਕੀਤੀ ਹੈ? ਸਰ, ਮੈਨੂੰ ਨਹੀਂ ਲੱਗਦਾ ਕਿ ਜਿਸ ਲੈਵਲ ਤੇ ਗੱਲ ਕੀਤੀ ਜਾਣੀ ਚਾਹੀਦੀ ਸੀ ਉਹ ਕੀਤੀ ਗਈ ਹੈ। ਅਗਰ ਆਪਾਂ ਗੱਲ ਕਰੀਏ ਤਾਂ ਕਾਉਂਸਲਰ ਕਾਂਗਰਸ ਦਾ, ਇੱਥੇ ਦੇ ਮੰਤਰੀ ਸਾਹਿਬ ਕਾਂਗਰਸ ਦੇ, ਸੀਐਮ ਸਾਹਿਬ ਕਾਂਗਰਸ ਦੇ, ਪੰਗਾ ਕਿੱਦਾਂ ਪਾਇਆ ਕਾਂਗਰਸ ਦਾ। ਅਗਰ ਉਹੀ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਪਾਏ ਤਾਂ ਫਿਰ ਤੁਸੀਂ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਹੋਰ ਕੌਣ ਕਰ ਪਾਏ? ਆਮ ਆਦਮੀ ਪਾਰਟੀ ਕਰ ਲਊਗੀ? ਸਰ, ਉਹ ਝੂਠ ਦੇ ਸਹਾਰੇ ਸੱਤਾ 'ਚ ਆਈ ਹੈ। ਝੂਠੇ ਵਾਅਦੇ ਲਾਰੇ ਦੇ ਕੇ ਉਹ ਸੱਤਾ 'ਚ ਆਈ ਹੈ। ਲੋਕਾਂ ਨੂੰ ਉਹਨਾਂ ਦੀ ਅਸਲੀਅਤ ਦਾ ਕੰਮ ਹੋਗਾ। ਹਜੇ ਵੀ ਉਹ ਚੁਣਾਵੀ ਨੇੜੇ ਜਿਹੜੇ ਚੁਣਾਵੀ ਸ਼ਗੂਫੇ ਹੱਥਾਂ ਲੋਕਾਂ ਨੂੰ ਫਿਰ ਬੇਵਕੂਫ ਬਣਾਉਣ ਲਈ ਦੇ ਰਹੀ ਹੈ। ਇੱਥੇ ਕ੍ਰਾਈਮ ਇੰਨਾ ਕੁ ਜ਼ਿਆਦਾ ਵੱਧ ਚੁੱਕਾ ਹੈ ਜੀ। ਕਈ ਵਾਰ ਅਸੀਂ ਇਸ ਰਿਗਾਰਡਿੰਗ ਮਿਲ ਚੁੱਕੇ ਹਾਂ, ਐਮਐਲਏ ਸਾਹਿਬ ਤੱਕ ਵੀ ਗੱਲ ਪਹੁੰਚਾਈ ਹੈ। ਕਈ ਵਾਰ ਏਰੀਆ ਦੇ ਲੋਕ ਵੀ ਪਹੁੰਚ ਚੁੱਕੇ ਨੇ। ਨਿੱਤ ਦਿਹਾੜੀ ਲੁੱਟ ਖੋਹ ਦੇ ਮਾਮਲੇ ਆਪਣੇ ਸਾਡੇ ਏਰੀਏ 'ਚ ਵਾਰਡ 'ਚ ਵੱਧ ਚੁੱਕੇ ਨੇ। ਸਿਟੀ ਸੈਂਟਰ ਦੇ ਆਸ-ਪਾਸ ਅਕਸਰ ਮੋਬਾਈਲ ਸਨੈਚਿੰਗ, ਚੇਨ ਸਨੈਚਿੰਗ ਦੇ ਵਾਰਦਾਤਾਂ ਆਮ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਵਿੰਦਰ ਸਰਾਣਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ ਤੇ। ਦੋਸਤੋ, ਅਗਰ ਗੱਲ ਕਰੀਏ ਲੁਧਿਆਣੇ ਦੀ ਤਾਂ ਲੁਧਿਆਣੇ 'ਚ ਕਿਤੇ ਨਾ ਕਿਤੇ ਕਾਰਪੋਰੇਸ਼ਨ ਇਲੈਕਸ਼ਨ ਦੀ ਆਹਟ ਸੁਣਾਈ ਦੇ ਰਹੀ ਹੈ। ਐਵੇਂ ਲੱਗ ਰਿਹਾ ਕਿ ਕਾਰਪੋਰੇਸ਼ਨ ਇਲੈਕਸ਼ਨ ਆਉਣ ਵਾਲੇ ਸਮੇਂ 'ਚ ਘੋਸ਼ਿਤ ਹੋ ਸਕਦੇ ਨੇ। ਉਸੇ ਨੂੰ ਲੈ ਕੇ ਹਰ ਪਾਰਟੀ ਹਰ ਵਾਰਡ ਤੋਂ ਆਪਣੇ ਆਪਣੇ ਪ੍ਰਤਿਆਸ਼ੀਆਂ ਨੂੰ ਹੁੰਗਾਰਾ ਦੇ ਰਹੀ ਹੈ। ਉਸੇ ਲੜੀ ਦੇ ਤਹਿਤ ਅਸੀਂ ਵਾਰਡ ਨੰਬਰ 56 'ਚ ਜਿਹੜੇ ਕਿ ਮੰਡਲ ਪ੍ਰਧਾਨ ਸਾਡੇ ਨਾਲ ਨੇ ਯੋਗੇਸ਼ ਸ਼ਰਮਾ ਜੀ, ਤੇ 3 ਵਾਰਡਾਂ ਦੇ ਮੰਡਲ ਪ੍ਰਧਾਨ ਨੇ 56, 53 ਤੇ 54 ਸਾਡੇ ਨਾਲ ਜੁੜ ਚੁੱਕੇ ਨੇ। ਸਰ, ਬਹੁਤ ਬਹੁਤ ਸਵਾਗਤ ਹੈ। ਲੁਧਿਆਣਾ ਲਾਈਵ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰਾਮ ਰਾਮ। ਮੈਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਮੰਡਲ ਪ੍ਰਧਾਨ ਦੇ ਤੌਰ ਤੇ ਜ਼ਿੰਮੇਵਾਰੀ ਮਿਲੀ ਹੈ ਜੀ, ਜਿਹਦੇ 'ਚ 56 ਨੰਬਰ, 54 ਤੇ 53 ਨੰਬਰ ਵਾਰਡ ਦੀ ਜ਼ਿੰਮੇਵਾਰੀ ਹੈ। ਇੱਥੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨਾ ਔਰ ਲੋਕਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਜੋ ਯਥਾ ਸੰਭਵ ਪ੍ਰਯਾਸ ਨੇ ਉਹ ਕਰ ਸਕਾਂ, ਪਾਰਟੀ ਨੇ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ। ਇਲੈਕਸ਼ਨ ਲੜੋਗੇ? ਦੇਖੋ ਜੀ, ਆਪਣੀ ਇੱਛਾ ਪਾਰਟੀ ਦੇ ਅੱਗੇ ਜ਼ਾਹਰ ਕਰਨਾ ਹਰ ਇੱਕ ਚੋਣ ਲੜਨ ਵਾਲੇ ਚਾਹਵਾਨ ਦੇ ਅੱਗੇ ਹੁੰਦਾ ਹੈ, ਪਰ ਟਿਕਟ ਨਾ ਦੇਣਾ ਪਾਰਟੀ ਦੀ ਆਪਣੀ ਹੈ। ਪਾਰਟੀ ਜੋ ਸਹੀ ਸਮਝੇਗੀ ਔਰ ਉਹੀ ਫੈਸਲਾ ਲਏਗੀ। ਇਹਦੇ 'ਚ ਸਾਡਾ ਕੋਈ ਇੰਟਰਫੇਰੈਂਸ ਨਹੀਂ। ਤੁਸੀਂ ਘੱਟੋ ਘੱਟ ਦਾਅਵੇਦਾਰੀ ਤਾਂ ਕਰੋਗੇ? ਆਪਣੀ ਦਾਅਵੇਦਾਰੀ ਅਸੀਂ ਜ਼ਰੂਰ ਦੇਵਾਂਗੇ ਜੀ, ਬਾਕੀ ਪਾਰਟੀ ਦੀ ਮਰਜ਼ੀ ਹੈ ਜੀ। ਵਾਰਡ 'ਚ ਕਿੰਨਾ ਕੁ ਵਿਕਾਸ ਹੋਇਆ ਤੁਹਾਡੇ 'ਚ? ਵਾਰਡ 'ਚ ਵਿਕਾਸ ਦੇ ਨਾਮ ਤੇ ਸਿਰਫ ਖੋਖਲੇ ਵਾਅਦੇ ਹੀ ਹੋਏ ਨੇ ਜੀ। ਪਹਿਲਾਂ ਕਾਂਗਰਸ ਨੇ ਜੀ, ਉਹ ਨਜ਼ਰ ਹੀ ਨਹੀਂ ਆਏ ਜਿਹੜੇ 5 ਸਾਲ ਰਹੇ ਹੈ ਤੇ ਕੌਂਸਲਰ ਸਾਹਿਬ ਕਦੀ ਸ਼ਕਲ ਤੱਕ ਨਜ਼ਰ ਨਹੀਂ ਆਈ। ਵਾਰਡ ਦੇ ਬੁਰੇ ਹਾਲ ਸੀਗੇ। ਜਿਹੜੇ ਮੌਜੂਦਾ ਕੌਂਸਲਰ ਸੀਗੇ ਉਹ ਕਦੀ ਵਾਰਡ ਦੇ ਅੰਦਰ ਨਾ ਤਾਂ ਨਜ਼ਰ ਆਏ ਨੇ, ਨਾ ਹੀ ਕੋਈ ਡਿਵੈਲਪਮੈਂਟ ਦੇ ਕੋਈ ਕੰਮ ਹੋਏ ਨੇ। ਵਾਰਡ ਦੀ ਸਭ ਤੋਂ ਵੱਡੀ ਸਮੱਸਿਆ ਸਾਡੇ ਵਾਰਡ ਦੀ ਸਿਟੀ ਸੈਂਟਰ ਹੈ, ਜਿਹੜਾ ਪਿਛਲੇ 2 ਦਸ਼ਕਾਂ ਤੋਂ ਪੂਰੇ ਏਰੀਏ ਦੀ ਸਮੱਸਿਆ ਦਾ ਜੜ ਬਣਿਆ ਹੋਇਆ। ਕ੍ਰਾਈਮ ਇੱਥੇ ਪੂਰੇ ਜ਼ੋਰਾਂ 'ਤੇ ਹੈ। ਸ਼ਾਇਦ ਤੁਸੀਂ ਮੀਡੀਆ ਭਰਾਵਾਂ ਨੂੰ ਪਤਾ ਹੀ ਹੋਏਗਾ, ਇੱਥੇ ਕਈ ਵਾਰ ਲਾਸ਼ਾਂ ਵੀ ਲੱਭੀਆਂ ਨੇ। ਨਸ਼ਾ ਔਰ ਜਿਹੜੀ ਹੈ ਲੁੱਟ ਖੋਹ ਕਰਕੇ ਅੰਦਰ ਭੱਜ ਜਾਣਾ, ਇਹ ਇੱਥੇ ਦੇ ਗੈਂਗਸਟਰਸ ਜਿਹੜੇ ਹੈਗੇ ਨੇ ਇੱਥੇ ਬਹੁਤ ਐਕਟਿਵ ਰਹਿੰਦੇ ਨੇ। ਔਰ ਇਸ ਤੋਂ ਇਲਾਵਾ ਡੰਪ ਇੱਕ ਬਹੁਤ ਜ਼ਬਰਦਸਤ ਡੰਪ ਬਣ ਚੁੱਕਾ ਹੈ। ਅੰਦਰ ਪਾਣੀ ਦਾ ਦਲਦਲ ਹੈ, ਜਿਹਦੇ ਕਾਰਨ ਏਰੀਏ 'ਚ ਬਿਮਾਰੀਆਂ ਦਾ ਜਿਹੜਾ ਘਰ ਬਣ ਚੁੱਕਾ ਹੈ।
ਇਸ ਤੋਂ ਇਲਾਵਾ ਜੰਗਲੀ ਜਿਹੜੇ ਆਪਣਾ ਜ਼ਹਿਰੀਲੇ ਜਾਨਵਰ ਨੇ, ਸੱਪ ਵਗੈਰਾ, ਨੇਵਲੇ ਵਗੈਰਾ ਆਮ ਹੀ ਘਰਾਂ 'ਚ ਨਿਕਲਦੇ ਰਹਿੰਦੇ ਨੇ। ਇਹ ਵਾਰਡ ਲੈਵਲ ਦੀ ਸਮੱਸਿਆ ਅਗਰ ਸਿਟੀ ਸੈਂਟਰ ਦੀ ਗੱਲ ਕਰੀਏ ਤਾਂ ਦੇਖੋ ਵਾਰਡ ਦੀ ਹੀ ਸਮੱਸਿਆ, ਬੇਸਿਕਲੀ ਤਾਂ ਵਾਰਡ ਦੀ ਸਮੱਸਿਆ ਚਾਹੇ ਦੂਰ ਪੰਜਾਬ ਸਰਕਾਰ ਨੇ ਕਰਨੀ ਹੈ, ਉਹਨਾਂ ਦੀ ਗਲਤੀਆਂ, ਉਹਨਾਂ ਦੀ ਨਾਕਾਮੀਆਂ ਨੇ ਜਿਹਦੀ ਵਜ੍ਹਾ ਨਾਲ ਵਾਰਡ ਭੁਗਤ ਰਿਹਾ ਉਸ ਚੀਜ਼ ਨੂੰ। ਇਹ ਪ੍ਰੋਜੈਕਟ ਸੀਗਾ, ਇਹ ਅਗਰ ਕਹਿ ਸਕਦੇ ਹਾਂ ਪੰਜਾਬ ਲੈਵਲ ਦਾ ਪ੍ਰੋਜੈਕਟ ਸੀਗਾ, ਇਹਨੂੰ ਅਗਰ ਹੱਲ ਅਗਰ ਕਰਾਂਗੇ ਤਾਂ ਜਾਂ ਸਰਕਾਰ, ਐਮਐਲਏ, ਐਮਪੀ, ਮੇਰੇ ਖਿਆਲ ਨਾਲ ਕਾਉਂਸਲਰ ਦਾ ਲੈਵਲ ਨਹੀਂ ਹੈ ਇੰਨਾ ਵੱਡੇ ਸਮੱਸਿਆ ਨੂੰ ਹੱਲ ਕਰਨ ਦਾ। ਮੈਂ ਆਪ ਜੀ ਦੀ ਗੱਲ ਤੋਂ ਪੂਰੀ ਤਰ੍ਹਾਂ ਸਹਿਮਤ ਹਾਂ, ਪਰ ਕਾਉਂਸਲਰ ਦਾ ਕੰਮ ਆਪਣੇ ਵਾਰਡ ਦੀ ਸਮੱਸਿਆ ਦੇ ਲਈ ਆਵਾਜ਼ ਚੱਕਣਾ ਵੀ ਹੁੰਦਾ। ਤੇ ਅਗਰ ਮੇਰੇ ਵਾਰਡ ਦੇ ਵਿੱਚ ਲੋਕੀ ਉਸ ਚੀਜ਼ ਤੋਂ ਪਰੇਸ਼ਾਨ ਨੇ ਤਾਂ ਉੱਪਰ ਤੱਕ ਜਿਹੜੀ ਗੱਲ ਪਹੁੰਚਾਉਣ ਦਾ ਕੰਮ ਹੈ ਉਹ ਸਾਡਾ ਹੀ ਕੰਮ ਹੈ। ਅਗਰ ਇੱਕ ਕਾਉਂਸਲਰ, ਜ਼ਿੰਮੇਦਾਰ ਕਾਉਂਸਲਰ ਆਪਣੀ ਜ਼ਿੰਮੇਵਾਰੀ ਹੀ ਨਹੀਂ ਪੂਰਾ ਕਰੇਗਾ ਤਾਂ ਉੱਪਰ ਵਾਲੇ ਨੂੰ ਕਿੱਦਾਂ ਪਤਾ ਚੱਲੇਗਾ ਕਿ ਇਹ ਸਮੱਸਿਆ ਸ਼ਹਿਰ ਦੇ ਉਸ ਵਾਰਡ ਦੇ ਇਲਾਕੇ 'ਚ ਇੱਕ ਮੇਜਰ ਸਮੱਸਿਆ ਬਣ ਚੁੱਕੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਸ ਸਮੱਸਿਆ ਨੂੰ ਲੈ ਕੇ ਜਿਹੜੇ ਵੀ ਲੋਕ ਰਹੇ ਨੇ ਜਾਂ ਜੋ ਕਾਉਂਸਲਰ ਰਹੇ ਨੇ ਉਹਨਾਂ ਤੱਕ ਉੱਪਰ ਤੱਕ ਗੱਲ ਨਹੀਂ ਕੀਤੀ ਹੈ? ਸਰ ਮੈਨੂੰ ਨਹੀਂ ਲੱਗਦਾ ਕਿ ਜਿਸ ਲੈਵਲ ਤੇ ਗੱਲ ਕੀਤੀ ਜਾਣੀ ਚਾਹੀਦੀ ਸੀ ਉਹ ਕੀਤੀ ਗਈ ਹੈ। ਅਗਰ ਆਪਾਂ ਗੱਲ ਕਰੀਏ ਤਾਂ ਕਾਉਂਸਲਰ ਕਾਂਗਰਸ ਦਾ, ਇੱਥੇ ਦੇ ਮੰਤਰੀ ਸਾਹਿਬ ਕਾਂਗਰਸ ਦੇ, ਸੀਐਮ ਸਾਹਿਬ ਕਾਂਗਰਸ ਦੇ, ਪੰਗਾ ਕਿੱਦਾਂ ਪਾਇਆ ਕਾਂਗਰਸ ਦਾ। ਅਗਰ ਉਹੀ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਪਾਏ ਤਾਂ ਫਿਰ ਤੁਸੀਂ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਹੋਰ ਕੌਣ ਕਰ ਪਾਏਗਾ? ਆਮ ਆਦਮੀ ਪਾਰਟੀ ਕਰ ਲਊਗੀ? ਸਰ ਉਹ ਝੂਠ ਦੇ ਸਹਾਰੇ ਸੱਤਾ ਚਾਹੀ ਹੈ, ਝੂਠੇ ਵਾਅਦੇ ਲਾਰੇ ਦੇ ਕੇ ਉਹ ਸੱਤਾ ਚਾਹੀ ਹੈ। ਲੋਕਾਂ ਨੂੰ ਉਹਨਾਂ ਦੀ ਅਸਲੀਅਤ ਦਾ ਕੰਮ ਹੋਗਾ। ਹਜੇ ਵੀ ਉਹ ਚੁਣਾਵੀ ਨੇੜੇ ਜਿਹੜੇ ਚੁਣਾਵੀ ਸ਼ਗੂਫੇ ਹੱਥਾਂ ਲੋਕਾਂ ਨੂੰ ਫਿਰ ਬੇਵਕੂਫ ਬਣਾਉਣ ਲਈ ਦੇ ਰਹੀ ਹੈ। ਸਿਟੀ ਸੈਂਟਰ ਦੀ ਗੱਲ ਛੱਡਦੀ ਹੈ, ਤੁਹਾਡੀ ਰੋਡਾਂ ਹੋ ਗਈਆਂ, ਸਟਰੀਟ ਲਾਈਟ ਹੋ ਗਈਆਂ, ਹੋਰ ਜਿਹੜੀਆਂ ਵੀ ਸੁਰੱਖਿਆ ਨੇ ਉਹ ਸਭ ਠੀਕ ਹੈ ਕਿ ਨਹੀਂ? ਕਾਉਂਸਲਰ ਦੇ ਮੇਨ, ਜਿਸ ਤਰ੍ਹਾਂ ਕਿ ਤੁਸੀਂ ਪਹਿਲੇ ਹੀ ਕਹਿ ਚੁੱਕੇ ਹੋ ਕਿ ਕਾਉਂਸਲਰ ਦੇ ਕੰਮਾਂ ਦੇ ਵਿੱਚ ਵੱਡੇ ਮੁੱਦੇ ਨਹੀਂ ਆਉਂਦੇ। ਆਵਾਜ਼ ਉਠਾਉਣਾ ਸਾਡਾ ਕੰਮ ਹੈ। ਬੇਸਿਕ ਮੁੱਦੇ ਸਟਰੀਟ ਲਾਈਟਸ, ਰੋਡਸ, ਪਾਣੀ, ਸੇਫਟੀ, ਇਹ ਕਿਸੇ ਵੀ ਕਾਉਂਸਲਰ ਦੇ ਮੇਨ ਮੁੱਦਿਆਂ 'ਚੋਂ ਇੱਕ ਆਉਂਦੇ ਨੇ। ਇੱਥੇ ਕ੍ਰਾਈਮ ਇੰਨਾ ਕੁ ਜ਼ਿਆਦਾ ਵੱਧ ਚੁੱਕਾ ਹੈ ਜੀ। ਕਈ ਵਾਰ ਅਸੀਂ ਇਸ ਰਿਗਾਰਡਿੰਗ ਮਿਲ ਚੁੱਕੇ ਹਾਂ, ਐਮਐਲਏ ਸਾਹਿਬ ਤੱਕ ਵੀ ਗੱਲ ਪਹੁੰਚਾਈ ਹੈ। ਕਈ ਵਾਰ ਏਰੀਆ ਦੇ ਲੋਕ ਵੀ ਪਹੁੰਚ ਚੁੱਕੇ ਨੇ। ਨਿੱਤ ਦਿਹਾੜੀ ਲੁੱਟ ਖੋਹ ਦੇ ਮਾਮਲੇ ਆਪਣੇ ਸਾਡੇ ਏਰੀਏ 'ਚ, ਵਾਰਡ 'ਚ ਵੱਧ ਚੁੱਕੇ ਨੇ। ਸਿਟੀ ਸੈਂਟਰ ਦੇ ਆਸ-ਪਾਸ ਅਕਸਰ ਮੋਬਾਈਲ ਸਨੈਚਿੰਗ, ਚੇਨ ਸਨੈਚਿੰਗ ਦੇ ਵਾਰਦਾਤਾਂ ਆਮ ਨੇ, ਪਰ ਸਰਕਾਰ ਘੁੱਗ ਨੀਂਦ ਸੁੱਤੀ ਹੈ। 1.5 ਸਾਲ ਤੋਂ ਉੱਤੇ ਮੌਜੂਦਾ ਐਮਐਲਏ ਸਾਹਿਬ ਨੂੰ ਹੋ ਗਏ। ਇੱਕ ਵਾਰ ਜਿੱਤਣ ਵੇਲੇ ਲੜਨ ਤੋਂ ਪਹਿਲੇ ਆਏ ਸੀ, ਉਸ ਤੋਂ ਬਾਅਦ ਹੁਣ ਤੱਕ ਸਿਰਫ ਔਰ ਸਿਰਫ ਨੀਂਹ ਪੱਥਰ ਰੱਖਣ, ਨੀ ਵੋਟਾਂ ਲੈਣ ਲਈ ਆ ਜਾਂਦੇ ਨੇ। ਉਸ ਤੋਂ ਬਾਅਦ ਫਿਰ ਮੁੱਦਿਆਂ ਤੇ, ਅਸਲ ਮੁੱਦੇ ਤੇ ਕੋਈ ਗੱਲ ਨਹੀਂ ਕਰਦੇ। 3 ਜਗ੍ਹਾ ਦੇ ਮੰਡਲ ਪ੍ਰਧਾਨ ਨੂੰ ਵਿਪਕਸ਼ ਬੈਠੇ ਹੋ, ਡਟ ਕੇ ਵਿਰੋਧ ਕਰੋ ਕਿ ਮਜਬੂਰਨ ਉਹਨਾਂ ਨੂੰ ਕਰਨਾ ਹੀ ਪੈ ਜਾਵੇ। ਸਿਰਫ ਮੀਡੀਆ 'ਚ ਆ ਕੇ ਜਾਂ ਅਖਬਾਰਾਂ ਦੀ ਸੁਰਖੀ ਬਟੋਰਨ ਲਈ ਤੁਸੀਂ ਉਹਨਾਂ 'ਤੇ ਆਰੋਪ ਲਾ ਦਿੰਦੇ ਹੋ। ਸਰ ਅਸੀਂ ਆਪਣੇ ਲੈਵਲ ਤੇ ਹਰ ਸੰਭਵ ਕੋਸ਼ਿਸ਼ ਕਰਦੇ ਹਾਂ। ਤੁਹਾਡੀ ਜਾਣਕਾਰੀ ਲਈ ਮੈਂ ਸਿਰਫ ਬੀਜੇਪੀ ਦੀ ਜ਼ਿੰਮੇਵਾਰੀ ਨਹੀਂ, ਮੇਰੇ ਕੋਲ ਬਲਾਕ ਜਨਰਲ ਸੈਕਟਰੀ ਦੀ ਜ਼ਿੰਮੇਵਾਰੀ ਵੀ ਹੈ। ਅਸੀਂ ਹਰ ਪੱਧਰ ਤੇ ਹਰ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਉਹਨਾਂ ਤੱਕ ਗੱਲ ਪਹੁੰਚਾਉਂਦੇ ਹਾਂ। ਬਟ ਉਹ ਸਿਰਫ ਸੁਣਵਾਈ ਜਿਹੜੀ ਹੈਗੀ ਹੈ ਉਹ ਕੁਝ ਚੁਣਿੰਦਾ ਹੱਥਾਂ ਤੱਕ ਰਹਿ ਗਈ ਹੈ। ਸਾਡੀ ਗੱਲ ਨੂੰ ਤਾਂ ਬਿਲਕੁਲ ਸਰਗਨਾਰ ਸੁਣਿਆ ਵੀ ਨਹੀਂ ਜਾਂਦਾ, ਤਾਂ ਕਿ ਲੋਕਾਂ ਦੇ ਵਿੱਚ ਇੱਕ ਇਮੇਜ ਜਿਹੜੀ ਹੈ ਉਹਨਾਂ ਦੀ ਆਲਰੇਡੀ ਜਿਹੜੀ ਖਰਾਬ ਹੈਗੀ ਆ ਹੋਰ ਖਰਾਬ ਨਾ ਹੋ ਜਾਏ। ਉਹ ਆਪਣੀ ਇਮੇਜ ਬਚਾਉਣ ਲਈ, ਆਪਣੀ ਇਮੇਜ ਉਹ ਸਿਰਫ ਔਰ ਸਿਰਫ ਝੂਠੇ ਵਾਅਦੇ ਔਰ ਝੂਠੀ ਗੱਲਾਂ ਕਰਨ 'ਚ ਹੀ ਯਕੀਨ ਕਰਦੇ ਨੇ। ਇੱਕ ਸ਼ਹੀਦਾਂ ਦੀ ਮਿੱਟੀ ਲੈ ਕੇ ਤੁਸੀਂ ਵਾਰਡ ਬਾਈ ਵਾਰਡ ਜਾ ਰਹੇ ਹੋ, ਤੁਸੀਂ ਇਹ ਵੋਟ ਮੰਗਣ ਦਾ ਨਵਾਂ ਹੀ ਤਰੀਕਾ ਲੈ ਲਿਆ। ਸਰ ਕਿਸੇ ਆਪਣੇ ਜਿਹੜੇ ਤੁਸੀਂ ਮਤਲਬ ਇੱਕ ਸ਼ਹੀਦਾਂ ਲਈ ਆਪਣੀ ਇੱਕ ਸੰਵੇਦਨਾ ਹੁੰਦੀ, ਇੱਕ ਭਾਵਨਾ ਹੁੰਦੀ ਹੈ, ਕਿਸੇ ਦੀ ਭਾਵਨਾ, ਕਿਸੇ ਦੇ ਦਿਲ 'ਚ ਆਪਣੇ ਸ਼ਹੀਦਾਂ ਨੂੰ ਲੈ ਕੇ ਸ਼ਰਧਾ ਹੈ। ਅਗਰ ਉਹ ਕੰਮ ਕੀਤਾ ਜਾ ਰਿਹਾ, ਤੁਸੀਂ ਉਹਨੂੰ ਇੱਕ ਅਲੱਗ ਐਂਗਲ ਨਾਲ ਨਾ ਦੇਖਦੇ ਹੋਏ ਸਿਰਫ ਇੰਨਾ ਦੇਖਿਆ ਜਾਵੇ, ਕਿਸੇ ਪਾਰਟੀ ਨੇ, ਕਿਸੇ ਵੀ ਸੰਗਠਨ ਨੇ ਇੰਨਾ ਕੁ ਤਾਂ ਸੋਚਿਆ ਸ਼ਹੀਦਾਂ ਬਾਰੇ? ਅੱਜ ਤੋਂ ਪਹਿਲੇ ਕਿਹੜੀ ਪਾਰਟੀ, ਕਿਹੜੇ ਉਹਨਾਂ ਨੇ ਸ਼ਹੀਦਾਂ ਬਾਰੇ ਸੋਚਿਆ ਸੀਗਾ? ਕੇਂਦਰ 'ਚ ਤੁਹਾਡੀ ਸਰਕਾਰ ਹੈ, ਫਿਰ ਇਹ ਵੀ ਸੋਚ ਲਓ ਉਹਨਾਂ ਨੂੰ ਕੌਮੀ ਸ਼ਹੀਦ ਐਲਾਨ ਦਿਓ। ਅੱਜ ਭਗਤ ਸਿੰਘ, ਰਾਜਗੁਰੂ, ਸੁਖਦੇਵ ਟੈਰਰਿਸਟ ਕਹੇ ਜਾਂਦੇ ਨੇ। ਤੁਹਾਡੀ ਸਰਕਾਰ ਹੈ, ਤੁਹਾਡਾ ਪ੍ਰਧਾਨ ਮੰਤਰੀ ਹੈ, ਅਟਲ ਬਿਹਾਰੀ ਵਾਜਪਾਈ ਤੁਹਾਡਾ ਪ੍ਰਧਾਨ ਮੰਤਰੀ ਸੀ। ਇਹ ਤਾਂ ਤੁਸੀਂ ਕਰ ਲਿਆ, ਉਹਨਾਂ ਲਈ ਪਾਰਕ ਬਣਾ ਰਹੇ ਹੋ ਦਿੱਲੀ 'ਚ। ਤੇ ਕੌਮੀ ਸ਼ਹੀਦ ਕੌਣ ਹੈ ਲੋਕ? ਅੱਜ ਵੀ ਉਹਨਾਂ ਦੇ ਪਰਿਵਾਰ ਵਾਲੇ ਵਿਚਾਰੇ ਧੱਕੇ ਖਾ ਰਹੇ ਨੇ। ਉਹਨਾਂ ਦੇ ਪਰਿਵਾਰ ਕਹਿੰਦੇ ਨੇ ਸਰਕਾਰਾਂ ਸਿਰਫ ਨਾਂ ਵਰਤਦੀਆਂ ਨੇ। ਹੁਣ ਤੁਸੀਂ ਕਹਿ ਦਿਓ ਕਿ ਤੁਹਾਡੀ ਸਰਕਾਰ ਨੂੰ ਕੌਮੀ ਸ਼ਹੀਦ ਐਲਾਨ ਦੇਣ। ਦੇਖੋ ਜੀ, ਜਿਹੜੀ ਗੱਲ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਟੈਰਰਿਸਟ ਕਹਿੰਦਾ ਕੌਣ ਹੈ?
ਟੈਰਰਿਸਟ ਜਿਹੜੇ ਗਰੁੱਪ ਇਹ ਗੱਲ ਲਿਖੀ ਹੋਈ ਹੈ ਕਿ ਉਹਨਾਂ ਨੂੰ ਕੌਮੀ ਸ਼ਹੀਦ ਇਸ ਲਈ ਨਹੀਂ ਕਿਹਾ ਜਾਂਦਾ ਕਿ ਲਾਹੌਰ ਵਿੱਚ ਉਹਨਾਂ ਦਾ ਅੱਜ ਵੀ ਕੇਸ ਚੱਲ ਰਿਹਾ ਹੈ ਤੇ ਉਹ ਟੈਰਰਿਸਟ ਘੋਸ਼ਿਤ ਕਰ ਦਿੱਤੇ ਗਏ ਨੇ ਮੌਜੂਦਾ ਸਰਕਾਰ ਦੁਆਰਾ, ਇਸ ਕਰਕੇ ਉਹਨਾਂ ਨੂੰ ਕਹਿੰਦੇ ਨੇ ਕੌਮੀ ਸ਼ਹੀਦ ਨਹੀਂ ਕਿਹਾ ਜਾ ਰਿਹਾ। ਇਹ ਗੱਲ ਲਿਖੀ ਵੀ ਹੋਈ ਹੈ ਔਰ ਉਹਨਾਂ ਦੇ ਪਰਿਵਾਰ ਵਾਲੇ ਵੀ ਕਹਿੰਦੇ ਨੇ। ਸਰ ਤੁਸੀਂ ਸਮਝਦਾਰ ਹੋ, ਇਹ ਕੇਸ ਜਿਹੜੇ ਚੱਲਦੇ ਨੇ ਉਹ ਸਰਕਾਰ ਤੁਹਾਡੀ ਹੈ ਸਰ ਨਹੀਂ, ਚਲੋ ਚੱਲਦੇ ਨੇ। ਕਾਂਗਰਸ ਨੇ ਨਹੀਂ ਕੀਤਾ, ਮੰਨ ਲਿਆ ਨਿਕੰਮੀ ਸੀ ਕਾਂਗਰਸ, ਤੁਹਾਡੇ ਕਹਿਣ ਦਾ ਮਤਲਬ ਹੈ ਹੁਣ ਤੁਸੀਂ ਆ ਗਏ, ਤੁਸੀਂ ਕਰ ਦਿਓ। ਸਮਝੀ ਸਾਜ਼ਿਸ਼ ਦੇ ਕੇ ਨਕੰਮੀ ਹੁਣ ਕਰ ਦਿਓ, ਹੁਣ ਤੁਸੀਂ ਕਰ ਦਿਓ। ਸਰ ਇੱਕ ਸਿਸਟਮ ਔਰ ਜਿਹੜਾ ਵੀ ਸ਼ਹੀਦਾਂ ਨੂੰ ਸ਼ਹੀਦ ਘੋਸ਼ਿਤ ਕਰਨ ਲਈ ਕੋਈ ਸਿਸਟਮ ਚਾਹੀਦਾ। ਤੁਸੀਂ ਆਪ ਹੁਣੇ ਕਹਿ ਕੇ ਹਟੇ ਹੋ ਸਰ ਕਿ ਕੇਸ ਚੱਲਦੇ ਪਏ ਨੇ, ਹੁਣ ਕੌਣ ਲਾਹੌਰ 'ਚ ਚੱਲ ਰਹੇ ਨੇ, ਪਾਕਿਸਤਾਨ ਚੱਲ ਰਹੇ ਨੇ। ਇੱਥੋਂ ਦੀ ਤਾਂ ਸ਼ਹੀਦ ਆਲਰੇਡੀ ਡਿਸਾਈਡਡ ਨੇ। ਕੌਮੀ ਸ਼ਹੀਦ ਅੱਜ ਤੱਕ ਨਹੀਂ ਐਲਾਨੇ ਗਏ। ਨਾ 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 ਨਾ, ਅਗਰ ਤੁਸੀਂ ਕਿਸੇ ਵੀ ਮੈਨੂੰ ਜਗ੍ਹਾ ਸਰਕਾਰੀ ਜਗ੍ਹਾ ਤੇ ਇਹਨਾਂ ਤਿੰਨਾਂ ਦੀ ਫੋਟੋ ਦਿਖਾ ਦਿਓ, ਕਿਸੇ ਵੀ ਨੋਟ ਤੇ ਰਾਜਗੁਰੂ ਦੀ, ਸੁਖਦੇਵ ਦੀ ਜਾਂ ਕਿਸੇ ਸਰਕਾਰੀ ਸੰਸਥਾ ਦੇ ਨਾਂ ਤੇ ਕੋਈ, ਕਿਉਂਕਿ ਅੱਜ ਵੀ ਸ਼ਾਇਦ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਇਹ ਚੀਜ਼ ਪਤਾ ਹੈ ਕਿ ਨਹੀਂ ਪਤਾ ਹੈ, ਇਹ ਕੌਮੀ ਸ਼ਹੀਦ ਨਹੀਂ ਐਲਾਨੇ ਗਏ ਨੇ। ਦੇਖੋ ਜੀ ਸਰਕਾਰੀ ਪੱਧਰ ਤੇ ਜੋ ਬਣਦਾ ਮਾਨ ਹੈ ਬੀਜੇਪੀ, ਪ੍ਰਧਾਨ ਮੰਤਰੀ ਤੁਹਾਡਾ ਹੈ ਜੀ, ਮੈਂ ਉਹੀ ਤਾਂ ਕਹਿ ਰਿਹਾ ਫਿਰ ਹੁਣ ਮਾਨ ਕੀ ਚਾਹੀਦਾ ਹੈ? ਮੈਂ ਉਹੀ ਤਾਂ ਕਹਿ ਰਿਹਾ ਸਰਕਾਰੀ ਪੱਧਰ ਤੇ ਨਰਿੰਦਰ ਮੋਦੀ ਜੀ ਵੱਲੋਂ ਜੋ ਸ਼ਹੀਦਾਂ ਲਈ ਕੀਤਾ ਗਿਆ, ਅੱਜ ਤੋਂ ਭੂਤਪੂਰਵ ਹੈ, ਪਹਿਲੇ ਕਦੀ ਨਹੀਂ ਕੀਤਾ ਗਿਆ, ਔਰ ਜੋ ਬਣਦਾ ਮਾਨ ਹੈ ਸਰਕਾਰ ਸ਼ਹੀਦਾਂ ਨੂੰ ਦੇ ਰਹੀ ਹੈ। ਸਭ ਤੋਂ ਵੱਡਾ ਤਾਂ ਇਹੀ ਮਾਨ ਹੈ ਕਿ ਉਹਨੂੰ ਸ਼ਹੀਦ ਮੰਨ ਹੀ ਨਹੀਂ ਰਹੇ ਅਸੀਂ। ਸਰ ਸਰਕਾਰ ਵੱਲੋਂ ਤੁਹਾਨੂੰ ਦੱਸਿਆ ਜਿਹੜੀ ਚੀਜ਼ਾਂ ਤੁਸੀਂ ਕਹਿ ਰਹੇ ਹੋ ਇਹ ਬਿਫੋਰ ਬੀਜੇਪੀ ਸਰਕਾਰ ਦੇ ਪਹਿਲੇ ਤੋਂ ਮੰਨ ਲਿਆ ਉਹ ਨਿਕੰਮੇ, ਤਾਂ ਕਹਿ ਹੀ ਰਹੇ ਆ, ਮੰਨ ਲਿਆ ਉਹਨਾਂ ਨੇ ਨਹੀਂ ਕੀਤਾ, ਉਹ ਲੋਕਾਂ ਨੇ ਉਹਨਾਂ ਨੂੰ ਜਵਾਬ ਦਿੱਤਾ, ਉਹ ਨਿਕੰਮੇ ਹੋ ਸਕਦੇ ਨੇ। ਲੇਕਿਨ ਤੁਸੀਂ ਤਾਂ ਅਟਲ ਬਿਹਾਰੀ ਵਾਜਪਾਈ ਜੀ ਆਏ, ਮੋਦੀ ਦੂਸਰੀ ਵਾਰ ਆ ਗਏ, ਤੀਸਰੀ ਵਾਰ ਦੀ ਤਿਆਰੀ ਹੈ, ਤੁਸੀਂ ਉਹਨਾਂ ਦੀ ਮਿੱਟੀ ਲੈ ਕੇ ਜਗ੍ਹਾ ਜਗ੍ਹਾ ਘੁੰਮ ਰਹੇ ਹੋ। ਕਹਿ ਰਿਹਾ ਇਹ ਸਭ ਕੁਝ ਜਿਹੜਾ ਕੀਤਾ ਜਾ ਰਿਹਾ ਹੈ ਸ਼ਹੀਦਾਂ ਨੂੰ ਉਹਨਾਂ ਦਾ ਸਨਮਾਨ ਦਿਲਾਉਣ ਲਈ ਤਾਂ ਕੀਤਾ, ਜਿਹੜੇ ਭਾਰਤ ਮਾਤਾ ਦੀ ਜੈ ਬੋਲਣ ਨੂੰ ਅਨਕਨਸਟੀਟਿਊਸ਼ਨਲ ਕਹਿੰਦੇ ਨੇ, ਜਿਨ੍ਹਾਂ ਨੂੰ ਉਹਨਾਂ ਦੇ ਰਾਜ 'ਚ ਆਤੰਕਵਾਦੀ ਜਿਨ੍ਹਾਂ ਨੇ ਕੋਸ਼ਿਸ਼ ਕੀਤਾ ਉਹਦੇ ਤੇ ਉਹ ਕਿੱਦਾਂ ਉਹ ਕਰ ਦੇਣਗੇ। ਮੈਨੂੰ ਸਾਰੀ ਗੱਲਾਂ ਮੈਂ ਮੰਨ ਲੈਣਾ, ਸਹੀ ਹੈ। ਅਸੀਂ ਮੋਦੀ ਜੀ ਸ਼ਹੀਦਾਂ ਲਈ ਹਮੇਸ਼ਾ ਜਿਹੜਾ ਹੈ ਉਹਨਾਂ ਦੇ ਦਿਲ 'ਚ ਸ਼ਹੀਦਾਂ ਲਈ ਹਮੇਸ਼ਾ ਹੀ ਇੱਜ਼ਤ ਦਾ ਕੌਮੀ ਸ਼ਹੀਦ ਐਲਾਨ ਦੋਗੇ ਤਾਂ ਸਰ ਅਗਰ ਇਹ ਉਹ ਕੀ ਨਾਮ ਹੈ ਸਰ ਜੋ ਹਾਈ ਕਮਾਂਡ ਨੂੰ ਲੱਗੇਗਾ ਕਿ ਇਹ ਲੱਗੇਗਾ, ਮਤਲਬ ਅਜੇ ਵੀ ਤੁਹਾਨੂੰ ਲੱਗਦਾ ਹੈ ਕਿ ਹਾਈ ਕਮਾਂਡ ਨੂੰ ਲੱਗੂਗਾ ਕਿ ਉਹ ਸ਼ਹੀਦ ਹੈ ਕਿ ਨਹੀਂ ਹੈ? ਜਦੋਂ ਇਹ ਪ੍ਰੋਗਰਾਮ ਚੱਲੂਗਾ ਨਾ ਤੁਹਾਨੂੰ ਥੱਲੇ ਕਮੈਂਟਸ ਆ ਜਾਣੇ ਨੇ ਕਿ ਉਹ ਸ਼ਹੀਦ ਹੈਗੇ ਕਿ ਨਹੀਂ ਨੇ। ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਦੇ ਕਾਰਨ ਹੀ ਆਪਾਂ ਅੱਜ ਜਿਹੜਾ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਆਜ਼ਾਦੀ ਦਾ ਮਤਲਬ ਮੋਦੀ ਸਾਹਿਬ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ? ਮੋਦੀ ਸਾਹਿਬ ਨੂੰ ਵੀ ਪਤਾ ਹੈ, ਤਾਂ ਹੀ ਕੌਮੀ ਸ਼ਹੀਦ ਐਲਾਨ ਦੋ। ਉਹ ਮੋਦੀ ਸਾਹਿਬ ਤੱਕ ਤੁਹਾਡੀ ਗੱਲ ਜ਼ਰੂਰ ਪਹੁੰਚਾ ਦੇਵਾਂਗੇ ਜੀ। ਅਗਰ ਹੁਣ ਅਜੇ ਪਤਾ ਹੀ ਨਹੀਂ ਉਹਨਾਂ ਨੂੰ। ਨਹੀਂ ਉਹਨਾਂ ਨੂੰ ਤਾਂ ਪਤਾ ਹੋਏਗਾ ਨਾ ਸਰ, ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਕਿਉਂ ਨਹੀਂ ਕੀਤਾ ਗਿਆ, ਇਹਦਾ ਜਵਾਬ ਤਾਂ ਹੁਣ ਉਹ ਮੋਦੀ ਸਾਹਿਬ ਹੀ ਦੇ ਸਕਦੇ ਹਨ। ਤੁਹਾਡੀ ਪਾਰਟੀ ਦੇ ਸਰਵੋੱਚ ਨੇ, ਤੁਸੀਂ ਮਿੱਟੀ ਲੈ ਕੇ ਵਾਰਡ ਬਾਈ ਵਾਰਡ ਘੁੰਮ ਰਹੇ ਹੋ, ਤੁਸੀਂ ਇੱਕ ਅੰਮ੍ਰਿਤ ਪਾਰਕ, ਉਹਨਾਂ ਦਾ ਮਾਨ ਹੈ, ਇਹ ਉਹਨਾਂ ਦਾ ਰਿਗਾਰਡ ਹੈ ਜਿਹੜਾ ਆਪਾਂ ਉਹਨਾਂ ਨੂੰ ਲੋੜ ਨਹੀਂ ਹੈ ਕੌਮੀ ਸ਼ਹੀਦ ਦੀ ਇਸ ਦਰਜੇ ਦੀ, ਪਰ ਲੇਕਿਨ ਸਾਡਾ ਫਰਜ਼ ਬਣਦਾ ਹੈ ਜੋ ਆਪਣੇ ਦੇਸ਼ ਲਈ ਕੁਰਬਾਨ ਹੋਏ ਨੇ ਉਹਨਾਂ ਨੂੰ ਘੱਟੋ ਘੱਟ ਪਦਵੀ ਤਾਂ ਦਈਏ। ਕੌਮੀ ਸ਼ਹੀਦ ਜੀ ਦਿੱਤੀ ਜਾਣੀ ਵੀ ਚਾਹੀਦੀ ਹੈ ਔਰ ਉਹਨਾਂ ਦਾ ਅਧਿਕਾਰ ਹੈਗਾ। ਮੰਨਦੇ ਹੋ ਇਹ ਗਲਤੀ ਹੋਈ ਹੈ ਬੀਜੇਪੀ ਤੋਂ? ਬੀਜੇਪੀ ਦੀ ਗਲਤੀ ਨਹੀਂ ਹੈ ਜੀ, ਜਿਹੜੀ ਹੁਣ ਪੁਰਾਣੇ ਚਲੋ ਉਹਨਾਂ ਨੇ ਕਰ ਲਈ, ਬੀਜੇ ਗਏ ਨੇ, ਉਹਨਾਂ ਨੂੰ ਵੱਢਦੇ ਟਾਈਮ ਲੱਗਣਾ ਜੀ। ਇਹ ਕਿੱਕਰ ਜਿਹੜੇ ਬੋਏ ਹੋਏ ਨੇ ਇਹ ਕੋਈ 70 ਸਾਲਾਂ ਦੇ ਕਿੱਕਰ ਨੇ, ਇਹਨਾਂ ਨੂੰ ਤੁਸੀਂ ਕੋ ਇੱਕ ਝਟਕੇ ਚ ਆਏ ਔਰ ਸਾਫ਼ ਹੋ ਜਾਣਗੇ, ਇਹ ਨਹੀਂ ਹੈ ਕੰਡੇ ਬਹੁਤ ਜੜਾ ਬਹੁਤ। ਮੈਂ ਮੰਨ ਲੈਦਾ, ਚਲੋ ਤੁਹਾਡੀ ਇੱਕ ਗੱਲ ਤੁਹਾਨੂੰ ਕਹਿਦਾ, ਭਾਰਤੀ ਜਨਤਾ ਪਾਰਟੀ ਹਮੇਸ਼ਾ ਸ਼ਹੀਦਾਂ ਲਈ ਸਮਰਪਿਤ ਸੀ, ਸ਼ਹੀਦਾਂ ਲਈ ਹਮੇਸ਼ਾ ਉਹਨਾਂ ਦੀ ਜਿਹੜੀ ਸੋਚ ਆ ਉਹਦੇ ਤੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਭਗਤ ਸਿੰਘ ਥਾਪਰ ਸਾਹਿਬ। ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਲੜਨਾ ਚਾਹੀਦਾ, ਚਾਹੇ ਕੋਈ ਵੀ ਸਰਕਾਰ ਆਵੇ, ਕੋਈ ਵੀ ਪਾਰਟੀ ਆਵੇ, ਉਹਨਾਂ ਨੂੰ ਕੌਮੀ ਸ਼ਹੀਦ ਐਲਾਨ ਲਈ? ਬਿਲਕੁਲ ਜੀ ਬਿਲਕੁਲ, ਉਹਨਾਂ ਦਾ ਬਣਦਾ ਮਾਨ ਸ਼ਹੀਦਾਂ ਨੂੰ ਜ਼ਰੂਰ ਮਿਲਣਾ ਚਾਹੀਦਾ। ਬੀਜੇਪੀ ਕੋਸ਼ਿਸ਼ ਕਰੂਗੀ ਹੁਣ? ਜ਼ਰੂਰ ਕੋਸ਼ਿਸ਼ ਕਰੇਗੀ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਬੀਜੇਪੀ ਔਰ ਸਾਡੀ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਹੈ ਹਮੇਸ਼ਾ ਸ਼ਹੀਦਾਂ ਲਈ ਡੈਡੀਕੇਟਡ ਰਹੀ ਹੈ। ਉਹਨਾਂ ਦੀ ਮੇਅਰ ਬਣਾਉਂਗੇ ਆਪਣਾ? ਸਰ ਪਰਮਾਤਮਾ ਨੇ ਚਾਹਿਆ ਤਾਂ ਇੱਕ ਤਰਫਾ ਜਿੱਤ ਅਸੀਂ ਕਰਾਂਗੇ ਜੀ, ਔਰ 100% ਮੇਅਰ ਬੀਜੇਪੀ ਦਾ ਹੀ ਬਣੇਗਾ। ਲੋਕਾਂ ਨੇ ਦੇਖ ਲਿਆ ਝੂਠ ਦੇ ਜਿਹੜੀ ਪੰਡ ਹੈਗੀ ਹੈ, ਔਰ ਸਿਰਫ ਲੋਕਾਂ ਨੂੰ ਲਾਲਚ ਦੇ ਕੇ ਔਰ ਭਮਾ ਕੇ ਇਹਨਾਂ ਨੇ ਜਿਹੜਾ ਇੱਕ ਵਾਰ ਵੋਟਾਂ ਦਾ ਲੈ ਲਿਆ, ਤੇ ਅਗਲੀ ਵਾਰ ਇਹਨਾਂ ਨੂੰ ਮੂੰਹ ਦੀ ਖਾਣੀ ਪਏਗੀ। ਅਕਾਲੀ ਦਲ ਨਾਲ ਹੀ ਬਣਾਓਗੇ ਕਿ ਅਲੱਗ? ਹਜੇ ਇਹ ਵਿਭਾਗ ਜਿਹੜਾ ਹੈ ਜੀ ਇਹ ਸੀਨੀਅਰਸ ਦੇ ਉੱਤੇ ਹੀ ਹੈਗਾ ਜੀ, ਇਹਦਾ ਸਾਡੇ ਨਾਲ ਕੋਈ ਲਿੰਕ ਨਹੀਂ ਹੈ। ਸਾਡਾ ਦਿਲ ਕੀ ਕਰਦਾ ਗਠਬੰਧਨ ਹੋ ਜਾਵੇ ਕਿ ਨਹੀਂ?
ਸਰ ਮੈਂ ਸਾਡੇ ਦਿਲ ਨਾਲ ਕੋਈ ਇਹਦਾ ਕੋਈ ਸਰੋਕਾਰ ਨਹੀਂ ਹੈ। ਤੁਸੀਂ ਗਰਾਊਂਡ 'ਚ ਹੋ, ਗਰਾਊਂਡ 'ਚ ਤੁਹਾਨੂੰ ਲੱਗਦਾ ਕਿ ਵੋਟ ਜ਼ਰੂਰੀ ਹੈ? ਪਾਰਟੀ ਜੋ ਜ਼ਿੰਮੇਵਾਰੀ ਸਾਨੂੰ ਲੱਗੇਗੀ ਅਸੀਂ ਐਜ਼ ਏ ਕਾਰਜਕਰਤਾ ਉਸ ਜ਼ਿੰਮੇਵਾਰੀ ਨੂੰ ਚੱਕਾਂਗੇ। ਸਾਡਾ ਇਹਦੇ ਨਾਲ ਕੋਈ ਸਰੋਕਾਰ ਨਹੀਂ ਜੀ। ਹਾਈ ਕਮਾਂਡ ਦੀ ਰਿਸਪੌਂਸਿਬਿਲਟੀ ਆ, ਉਹ ਦੇਖਣਗੇ ਕਿ ਕਿਸ ਲੈਵਲ ਤੇ ਕਰਨਾ ਨਹੀਂ ਕਰਨਾ। ਅਸੀਂ ਇਹਦੇ 'ਚ ਕੋਈ ਕਮੈਂਟ ਨਹੀਂ ਦੇਣਾ ਚਾਹੁੰਦੇ। ਮਿਹਰਬਾਨੀ ਜੀ। ਕਿਤੇ ਨਾ ਕਿਤੇ ਇੱਕ ਗੱਲ ਕੀਤੀ ਹੈ, ਚਰਚਾ ਦਾ ਵਿਸ਼ੇ ਹੈ, ਕਹਿ ਰਹੇ ਨੇ ਕਿ ਇਹ ਜਗ੍ਹਾ ਜਗ੍ਹਾ ਮਿੱਟੀ ਨੂੰ ਲੈ ਕੇ ਜਾ ਰਹੇ ਨੇ, ਉਹ ਉਹਨਾਂ ਦਾ ਸਤਿਕਾਰ ਉਹਨਾਂ ਨੂੰ ਦੇ ਰਹੇ ਨੇ। ਬਿਲਕੁਲ ਦੇਣਾ ਵੀ ਚਾਹੀਦਾ ਹੈ ਕਿਉਂਕਿ ਬਣਦਾ ਹੈ। ਪਰ ਇੱਕ ਸਮੱਸਿਆ ਹੈ, ਅੱਜ 70 ਸਾਲ ਹੋ ਗਏ ਨੇ ਸਾਨੂੰ ਆਜ਼ਾਦ ਹੋਏ। ਸਮੇਂ ਸਮੇਂ ਦੀ ਸਰਕਾਰਾਂ, ਚਾਹੇ ਕੋਈ ਵੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਹੋਵੇ, ਚਾਹੇ ਜਨਤਾ ਦਲ ਹੋਵੇ, ਮੈਂ ਕਹਿੰਦਾ ਕੋਈ ਵੀ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਪ ਹੋਵੇ, ਕੋਈ ਵੀ ਹੋਵੇ, ਪਰ ਸਾਡੇ ਸ਼ਹੀਦਾਂ ਨੂੰ ਉਹਨਾਂ ਦਾ ਬਣਦਾ ਮਾਣ ਨਹੀਂ ਦਿੱਤਾ ਗਿਆ। ਹਾਲਾਂਕਿ ਉਸ ਮਾਣ ਦੀ ਉਹਨਾਂ ਨੂੰ ਲੋੜ ਨਹੀਂ ਹੈ। ਉਹ ਇਹ ਸੋਚ ਕੇ ਸ਼ਹੀਦ ਨਹੀਂ ਹੋਏ ਸੀ ਕਿ ਸਾਨੂੰ ਸ਼ਹੀਦ ਜਾਂ ਸ਼ਹੀਦ ਦਾ ਦਰਜਾ ਦਿੱਤਾ ਜਾਊਗਾ। ਬਿਲਕੁਲ ਜੀ, ਇੱਕ ਬੜੀ ਲੰਬੀ ਲੜਾਈ ਲੜੀ ਜਾ ਰਹੀ ਹੈ। ਜਦੋਂ ਇਹਨਾਂ ਦੇ ਜਨਮ ਦਿਨ ਆਉਂਦੇ ਨੇ ਜਾਂ ਮਰਨ ਦਿਨ ਆਉਂਦੇ ਨੇ, ਪੀਲੀਆਂ ਪੱਗਾਂ ਪਾ ਕੇ ਤਾਂ ਅਸੀਂ ਫੋਟੋਆਂ ਖਿਚਾ ਲੈਂਦੇ ਹਾਂ, ਪਰ ਅੱਜ ਤੱਕ ਇਹਨਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ, ਸਰਕਾਰਾਂ ਚਾਹੇ ਕੋਈ ਵੀ ਰਹੀਆਂ ਹੋਣ। ਦੂਸਰੀ ਗੱਲ ਇਹਨਾਂ ਨੇ ਇੱਕ ਗਈ ਹੈ, ਮੇਅਰ ਆਪਣਾ ਬਣਾਉਣਗੇ, ਵਿਕਾਸ ਦੀ ਰਾਜਨੀਤੀ ਕਰਦੇ ਆ ਤੇ ਅੱਗੇ ਵੀ ਕਰਨਗੇ। ਕਾਉਂਸਲਰ ਦੀ ਟਿਕਟ ਲਈ ਕਿਹਾ ਹੈ, ਅਗਰ ਜਨਤਾ ਤੇ ਦਲ ਯਾਨੀ ਕਿ ਬੀਜੇਪੀ ਸੇਵਾ ਲਊਗੀ ਤੇ ਜ਼ਰੂਰ ਲੜਨਗੇ। ਚਲੋ ਆਉਣ ਵਾਲਾ ਟਾਈਮ ਦੱਸੂਗਾ ਕਿ ਇਹਨਾਂ ਦਾ ਮੇਅਰ ਬਣਦਾ ਹੈ ਕਿ ਨਹੀਂ ਬਣਦਾ। ਜਨਤਾ ਜਨਾਰਦਨ ਨੇ, ਤੁਸੀਂ ਮਤਦਾਤਾ ਹੋ, ਮਤਦਾਤਾ ਆਪਣੇ ਮਤਦਾਨ ਕਰਨਾ ਹੈ ਤੇ ਲੁਧਿਆਣੇ ਦਾ ਮੇਅਰ ਉੱਦਾਂ ਦਾ ਹੀ ਬਣਾਇਓ ਕਿ ਲੁਧਿਆਣਾ ਹਜੇ ਸਮਾਰਟ ਸਿਟੀ ਨੋਮੀਨੇਟ ਬਣਿਆ ਨਹੀਂ ਹੈ, ਨੋਮੀਨੇਟ ਨੂੰ ਬਣਾ ਦਿਓ। ਬੜੀ ਅੜਚਣਾਂ ਨੇ, ਉਹ ਆਉਣ ਵਾਲੇ ਟਾਈਮ ਵਿੱਚ ਹੀ ਠੀਕ ਹੋਊਗੀ ਕਿਉਂਕਿ ਸਾਡੇ ਕਹਿੰਦੇ ਨੇ ਲੋਕਤੰਤਰ ਨੇ ਜਦੋਂ VOTING ਕੀਤੀ ਹੈ ਤੇ 92 MLA ਦਿੱਤੇ ਨੇ ਆਮ ਆਦਮੀ ਪਾਰਟੀ ਨੂੰ। ਹੁਣ ਆਮ ਵੀ ਭੱਬਾ ਪਾ ਰਹੇ ਕਿ ਮੇਅਰ ਸਾਡਾ ਬਣਨਾ। ਚਲੋ ਆਉਣ ਵਾਲਾ ਟਾਈਮ ਦੱਸੂਗਾ। ਸਭ ਤੋਂ ਵੱਡੀ ਸਮੱਸਿਆ ਦੱਸੀ ਹੈ ਸਿਟੀ ਸੈਂਟਰ ਦੀ, ਇਹਨਾਂ ਦੇ ਵਾਰਡ ਵਿੱਚ ਉੱਥੇ ਕ੍ਰਾਈਮ ਹੁੰਦਾ, ਉੱਥੇ ਕਈ ਤਰ੍ਹਾਂ ਦੇ ਅਜਰਾਰਕ ਤੱਤ ਘੁੰਮਦੇ ਨੇ, ਉੱਥੇ ਨਸ਼ਾ ਹੁੰਦਾ, ਕਈ ਚੀਜ਼ਾਂ ਦੱਸੀਆਂ ਨੇ। ਤੇ ਇੱਥੇ ਦੇ MLA ਤੇ MP ਨੂੰ ਇਸ ਬਾਰੇ ਜ਼ਰੂਰ ਸੰਗਿਆਨ ਲੈਣਾ ਚਾਹੀਦਾ, ਵਿਚਾਰ ਕਰਨਾ ਚਾਹੀਦਾ। ਬੜਾ ਲੰਬਾ ਘੁਟਾਲਾ ਵੀ ਸਾਹਮਣੇ ਆਇਆ ਸੀ ਸਿਟੀ ਸੈਂਟਰ ਨੂੰ ਲੈ ਕੇ, ਬੜੇ ਆਰੋਪ ਪ੍ਰਤੀ ਆਰੋਪ ਵੀ ਲੱਗੇ ਨੇ। ਚਲੋ ਆਉਣ ਵਾਲਾ ਟਾਈਮ ਦੱਸੂਗਾ ਕਿ ਇਸ ਚੀਜ਼ ਨੂੰ ਲੈ ਕੇ ਇਹ ਕਿੰਨਾ ਕੁ ਸਕਸੈਸ ਨੇ ਜਾਂ ਹੁੰਦੇ ਨੇ। ਇੱਕ ਵਾਰ ਫਿਰ ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਸਾਡੇ ਨਾਲ ਗੱਲ ਕੀਤੀ, ਆਪਣੇ ਵਿਚਾਰ ਸਾਂਝੇ ਕੀਤੇ। ਕਮੈਂਟਸ ਕਰਿਓ ਗੱਲਬਾਤ ਕਿਵੇਂ ਦੀ ਲੱਗੀ, ਕੀ ਹੋਰ ਚੀਜ਼ ਸੀ ਜੋ ਅੱਜ ਇਹਨਾਂ ਤੋਂ ਪੁੱਛੀ ਜਾ ਸਕਦੀ ਸੀ ਜਾਂ ਅਸੀਂ ਪੁੱਛ ਲਈਏ ਨਹੀਂ ਆ, ਅਸੀਂ ਉਹ ਵੀ ਕਰਿਓ ਕਿ ਕਿੰਨੇ ਕੁ ਸਹੀ ਨੇ ਤੇ ਕਿੰਨੇ ਕੁ ਗਲਤ ਨੇ ਇਹ ਤੇ ਇਹਨਾਂ ਦੀ ਪਾਰਟੀ, ਉਹ ਵੀ ਕਮੈਂਟਸ ਕਰਿਓ। ਤੁਹਾਨੂੰ ਲੱਗਦਾ ਕਿ ਬੀਜੇਪੀ ਸਹੀ ਹੈ ਉਹ ਜ਼ਰੂਰ ਲਿਖਿਓ। ਅਗਰ ਤੁਹਾਨੂੰ ਲੱਗਦਾ ਕਿ ਬੀਜੇਪੀ ਨੂੰ ਇਹ ਕੰਮ ਕਰਨੇ ਚਾਹੀਦੇ ਨੇ ਉਹ ਵੀ ਲਿਖਿਓ। ਜੁੜੇ ਰਹੋ ਨਿਰੰਤਰ ਲੁਧਿਆਣਾ ਲਾਈਵ ਨਾਲ। ਫਿਰ ਕਿਸੇ ਹੋਰ ਪਰਸਨੈਲਿਟੀ ਨਾਲ ਜਲਦੀ ਗੱਲ ਕਰਾਂਗੇ। ਕੈਮਰਾਮੈਨ ਮਨੋਜ ਦੇ ਨਾਲ ਮੈਂ ਅਰਵਿੰਦਰ ਸਰਾਣਾ, ਲੁਧਿਆਣਾ ਲਾਈਵ।